Hello students, our today's topic is AC circuit containing inductor only। ਉਹ ਸਰਕਿਟ ਜਿਹਦੇ ਵਿੱਚ alternating EMF source ਹੈ ਤੇ ਸਿਰਫ ਇੰਡਕਟਰ ਲੱਗਿਆ ਹੋਇਆ ਹੈ। ਆਪਾਂ ਨੇ ਉਹ ਸਰਕਿਟ ਸਟੱਡੀ ਕਰਨਾ ਹੈ ਅੱਜ। ਸਭ ਤੋਂ ਪਹਿਲਾਂ let a source of alternating EMF be connected to a circuit containing a pure inductance L only। ਸਰਕਿਟ ਹੈ, EMF ਦਾ ਸੋਰਸ ਹੈ ਤੇ ਸਿਰਫ ਇੰਡਕਟਰ ਲੱਗਿਆ ਹੋਇਆ ਤੇ ਇੰਡਕਟਰ ਵੀ ਪਿਓਰ ਇੰਡਕਟੈਂਸ। ਪਿਓਰ ਦਾ ਮਤਲਬ ਕੀ ਹੈ, ਇਸ ਦੀ ਰੈਜ਼ਿਸਟੈਂਸ ਆਪਾਂ ਕੀ ਮੰਨ ਕੇ ਚੱਲ ਰਹੇ ਹਾਂ, ਇੱਥੇ ਜ਼ੀਰੋ ਨੈਗਲੀਜੀਬਲ ਮੰਨ ਕੇ ਚੱਲ ਰਹੇ ਹਾਂ। ਹੁਣ ਜਿਹੜੀ ਆਪਾਂ EMF ਅਪਲਾਈ ਕਰ ਰਹੇ ਹਾਂ, ਉਹ ਜਿਹੜੀ EMF ਹੈਗੀ ਕਿਹਦੇ ਇਕੁਅਲ ਹੈ, E ਇਜ਼ ਇਕੁਅਲ ਟੂ E ਨੋਟ ਸਾਈਨ ਓਮੇਗਾ ਟੀ। ਨੈਕਸਟ let if di upon dt is the rate of change of current through L at any instant। ਜਦੋਂ EMF ਦੇ ਰਿਹਾ, ਕਰੰਟ ਫਲੋ ਕਰ ਰਿਹਾ ਇੰਡਕਟਰ ਦੇ ਵਿੱਚੋਂ ਤੇ ਕਰੰਟ ਚੇਂਜ ਵੀ ਹੋ ਰਿਹਾ। ਜਦੋਂ EMF ਚੇਂਜ ਹੁੰਦੀ ਹੈ, ਅਲਟਰਨੇਟਿੰਗ ਹੈ ਤਾਂ ਕਰੰਟ ਚੇਂਜ ਹੋਊਗਾ। ਤਾਂ DI upon DT ਕੀ ਹੈ, ਰੇਟ ਆਫ ਚੇਂਜ ਆਫ ਕਰੰਟ ਐਟ ਐਨੀ ਇੰਸਟੈਂਟ। ਜਦੋਂ ਕਰੰਟ ਚੇਂਜ ਹੋ ਰਿਹਾ ਤਾਂ EMF ਇੰਡਿਊਸ ਹੋਊਗੀ ਉਸੇ ਟਾਈਮ ਤੇ ਜਿਹੜੀ ਉਹ EMF ਇੰਡਿਊਸ ਹੋਈ ਹੈ ਉਹਦੀ ਵੈਲਿਊ ਕਿਹਦੇ ਇਕੁਅਲ ਹੈ, E ਇਜ਼ ਇਕੁਅਲ ਟੂ ਮਾਈਨਸ ਐਲ DI upon DT। ਇਹ ਇੰਡਿਊਸਡ EMF ਦੀ ਵੈਲਿਊ ਹੈ। ਹੁਣ ਆਪਾਂ ਇਹ ਮੰਨਿਆ ਸੀ ਵੀ ਜਿਹੜੇ ਇੰਡਕਟਰ ਹੈ ਉਹਦੀ ਰੈਜ਼ਿਸਟੈਂਸ ਕੀ ਹੈ, ਜ਼ੀਰੋ। ਤਾਂ ਜਦੋਂ ਸਰਕਿਟ ਦੇ ਵਿੱਚ ਕਰੰਟ ਦੇ ਫਲੋ ਨੂੰ ਆਪਾਂ ਨੇ ਮੇਨਟੇਨ ਰੱਖਣਾ ਹੈ ਤੇ ਜਿਹੜੀ ਆਪਣੇ ਕੋਲ E ਅਪਲਾਈਡ, ਜਿਹੜੀ ਆਪਾਂ E ਦੇ ਰਹੇ ਹਾਂ ਤੇ ਜਿਹੜੀ E ਇੰਡਿਊਸ ਹੋ ਰਹੀ ਹੈ, ਦੋਨੋਂ ਕੀ ਹੋਣਗੇ, ਇਕੁਅਲ ਤੇ ਓਪੋਜ਼ਿਟ ਹੋਣਗੇ। ਮਤਲਬ ਕੀ ਆ ਜਾਊਗਾ, ਇੱਥੇ ਨੈਗੇਟਿਵ ਦਾ ਸਾਈਨ ਆ ਜਾਊਗਾ। E ਅਪਲਾਈਡ ਦੀ ਵੈਲਿਊ E ਨੋਟ ਸਾਈਨ ਓਮੇਗਾ ਟੀ, E ਇੰਡਿਊਸ ਦੀ ਵੈਲਿਊ ਮਾਈਨਸ ਐਲ ਡੀ ਆਈ ਅਪੋਨ ਡੀ ਟੀ। ਦੋਨਾਂ ਦੀ ਵੈਲਿਊ ਪੁੱਟ ਕਰਤੀ ਆਪਾਂ ਨੇ। ਤਾਂ ਨੈਕਸਟ ਹੁਣ ਆਪਣੇ ਕੋਲ ਕੀ ਆ ਗਿਆ, ਮਾਈਨਸ ਮਾਈਨਸ ਆਪਣੇ ਕੋਲ ਇੱਥੇ ਕੀ ਹੋ ਜਾਊਗਾ, ਪਲਸ ਹੋ ਜਾਊਗਾ। E ਨੋਟ ਸਾਈਨ ਓਮੇਗਾ ਟੀ ਇਜ਼ ਇਕੁਅਲ ਟੂ ਐਲ ਡੀ ਆਈ ਅਪੋਨ ਡੀ ਟੀ। ਹੁਣ ਡੀ ਆਈ ਦੀ ਵੈਲਿਊ ਚਾਹੀਦੀ ਆਪਾਂ ਉਹ ਇੱਕ ਪਾਸੇ ਕਰ ਲੈਣੇ ਆ, ਡੀ ਟੀ ਤੇ ਐਲ ਦੂਸਰੇ ਪਾਸੇ ਲੈ ਜਾਂਦੇ ਆ। ਡੀ ਆਈ ਇਜ਼ ਇਕੁਅਲ ਟੂ E ਨੋਟ ਸਾਈਨ ਓਮੇਗਾ ਟੀ, ਡੀ ਟੀ ਉੱਧਰ ਜਾ ਕੇ ਮਲਟੀਪਲਾਈ, ਐਲ ਇੱਧਰ ਆ ਕੇ ਡਿਵਾਈਡ ਦੇ ਵਿੱਚ। ਨੈਕਸਟ ਹੁਣ ਆਪਣੇ ਕੋਲ ਡੀ ਆਈ ਹੈ, ਆਪਾਂ ਨੇ ਫਾਈਂਡ ਕਰਨੀ ਹੈ ਆਈ ਦੀ ਵੈਲਿਊ, ਤਾਂ ਇੰਟੈਗਰੇਟ ਕਰ ਦਿਓ। ਇੰਟੈਗਰੇਟ ਬੋਥ ਸਾਈਡਸ, ਡੀ ਆਈ E ਨੋਟ ਬਾਈ ਐਲ ਸਾਈਨ ਓਮੇਗਾ ਟੀ ਡੀ ਟੀ। ਇਹਦੀ ਕੀ ਆ ਗਈ ਆਪਣੇ ਕੋਲ, ਇੰਟੈਗਰੇਸ਼ਨ। ਡੀ ਆਈ ਦੀ ਇੰਟੈਗਰੇਸ਼ਨ I, E ਨੋਟ ਬਾਈ ਐਲ ਇੰਟੈਗਰੇਸ਼ਨ ਤੋਂ ਬਾਹਰ ਸਾਈਨ ਓਮੇਗਾ ਟੀ ਡੀ ਟੀ। ਸਾਈਨ ਥੀਟਾ ਦੀ ਇੰਟੈਗਰੇਸ਼ਨ ਕੀ ਹੁੰਦੀ ਹੈ ਰਾਜੇ, ਮਾਈਨਸ ਆਫ ਕੋਸ ਥੀਟਾ। I ਇਜ਼ ਇਕੁਅਲ ਟੂ E ਨੋਟ ਬਾਈ ਐਲ ਸਾਈਨ, ਮਾਈਨਸ ਅੱਗੇ ਲਿਖ ਦਈਏ, ਕੋਸ ਓਮੇਗਾ ਟੀ, ਟੀ ਦੇ ਅੱਗੇ ਜਿਹੜਾ ਫੰਕਸ਼ਨ ਹੈ ਓਮੇਗਾ ਨੀਚੇ, ਇਹ ਆ ਗਈ ਆਪਣੇ ਕੋਲ ਇੰਟੈਗਰੇਸ਼ਨ। ਇਹ ਆ ਗਿਆ ਆਪਣੇ ਕੋਲ I ਨੋਟ ਦੀ ਵੈਲਿਊ E ਨੋਟ ਬਾਈ ਐਲ ਕੋਸ ਓਮੇਗਾ ਟੀ ਬਾਈ ਓਮੇਗਾ। ਬਟ ਆਪਣੇ ਕੋਲ EMF ਸੋਰਸ ਇਜ਼ ਇਕੁਅਲ ਟੂ E ਨੋਟ ਸਾਈਨ ਓਮੇਗਾ ਟੀ ਹੈ। ਇੱਥੇ ਆਪਣੇ ਕੋਲ ਕੀ ਆਇਆ ਹੈ, ਕੋਸ, ਉੱਥੇ ਕੀ ਹੈ ਆਪਣੇ ਕੋਲ ਸਾਈਨ। ਤਾਂ ਆਪਾਂ ਇਸ ਕੋਸ ਨੂੰ ਕਾਹਦੇ 'ਚ ਚੇਂਜ ਕਰਾਂਗੇ, ਸਾਈਨ ਦੇ ਵਿੱਚ। ਯੂਜ਼ਿੰਗ ਇੱਕ ਫਾਰਮੂਲਾ ਹੁੰਦਾ ਹੈ, cos theta is equal to sin पाई बाय 2, 90 मान लो, 90 ਹੁੰਦਾ ਪਾਈ ਬਾਈ 2 ਮਾਈਨਸ ਥੀਟਾ। ਜਦੋਂ ਆਪਾਂ ਇੱਥੇ ਪੁੱਟ ਕਰਾਂਗੇ ਤਾਂ ਕੋਸ ਆਪਣਾ ਕਾਹਦੇ 'ਚ ਚੇਂਜ ਹੋ ਜਾਊਗਾ, ਸਾਈਨ ਦੇ ਵਿੱਚ ਚੇਂਜ ਹੋ ਜਾਊਗਾ। ਮਤਲਬ ਕਿ I ਇਜ਼ ਇਕੁਅਲ ਟੂ ਮਾਈਨਸ E ਨੋਟ ਬਾਈ ਓਮੇਗਾ ਐਲ, ਓਮੇਗਾ ਵਾਲਾ ਨੀਚੇ ਆ ਗਿਆ ਰਾਜੀ, ਨਾਲ ਆ ਗਿਆ ਇਹਦੇ। ਕੋਸ ਦੀ ਜਗ੍ਹਾ ਹੁਣ ਕੀ ਆ ਜਾਊਗਾ ਆਪਣੇ ਕੋਲ, ਸਾਈਨ ਪਾਈ ਬਾਈ 2 ਮਾਈਨਸ ਓਮੇਗਾ ਟੀ। ਇਹ ਆਪਣੇ ਕੋਲ ਕੀ ਆ ਗਈ, I ਦੀ ਵੈਲਿਊ ਇੱਥੇ ਤੱਕ ਆ ਗਈ, E ਨੋਟ ਬਾਈ ਐਲ ਸਾਈਨ ਪਾਈ ਬਾਈ 2 ਮਾਈਨਸ ਓਮੇਗਾ ਟੀ। ਬਟ ਆਪਾਂ ਨੂੰ ਓਮੇਗਾ ਟੀ ਫੰਕਸ਼ਨ ਅੱਗੇ ਚਾਹੀਦਾ, ਤਾਂ ਆਪਣੇ ਕੋਲ ਇੱਕ ਚੀਜ਼ ਹੋਰ ਹੁੰਦੀ ਹੈ, ਮਾਈਨਸ ਆਫ ਸਾਈਨ ਥੀਟਾ ਇਜ਼ ਇਕੁਅਲ ਟੂ ਸਾਈਨ ਮਾਈਨਸ ਥੀਟਾ। ਇਹ ਵੀ ਤੁਸੀਂ ਪੜ੍ਹਿਆ ਹੋਇਆ ਹੋਊਗਾ, ਮਾਈਨਸ ਆਫ ਸਾਈਨ ਥੀਟਾ ਇਜ਼ ਇਕੁਅਲ ਟੂ ਸਾਈਨ ਮਾਈਨਸ ਥੀਟਾ। ਇੱਥੇ ਪੁੱਟ ਕਰਾਂਗੇ ਤਾਂ ਕੀ ਬਣ ਜਾਊਗਾ, ਸਾਈਨ ਅੰਦਰ ਚਲਾ ਜਾਊਗਾ ਆਪਣਾ, ਆਪਣੀ ਵੈਲਿਊ ਕੀ ਆ ਜੂਗੀ, I इज इक्वल टू E नोट बाई ओमेगा L साइन ओमेगा T माइनस पाई बाय 2। इसे तक आ गया, ठीक है। नैक्सट कहता करंट विल बी मैक्सिमम।
ਕਰੰਟ ਉਦੋਂ ਮੈਕਸਿਮਮ ਹੋਊਗਾ ਜਦੋਂ ਇਹ ਸਾਈਨ ਵਾਲਾ ਸਾਰਾ ਫੈਕਟਰ ਵੀ ਕੀ ਹੋਵੇ ਆਪਣੇ ਕੋਲ ਮੈਕਸਿਮਮ ਹੋਵੇ, ਤੇ ਸਾਈਨ ਦੀ ਮੈਕਸਿਮਮ ਵੈਲਿਊ ਕਿਸੇ ਐਂਗਲ ਦੇ ਕਿੰਨੀ ਹੁੰਦੀ ਹੈ ਰਾਜੇ 1 ਹੁੰਦੀ ਹੈ। ਕਰੰਟ will be maximum, that is I ਦੀ ਵੈਲਿਊ ਮੈਕਸਿਮਮ ਤੇ ਕਿੰਨੀ ਹੋ ਜੂਗੀ I naught when sin omega t minus pi by 2 is equal to maximum is equal to 1। ਸਾਈਨ ਦੀ ਮੈਕਸਿਮਮ ਵੈਲਿਊ ਕਿੰਨੀ ਹੁੰਦੀ ਹੈ ਆਪਣੇ ਕੋਲ 1, ਤਾਂ ਆਪਣੇ ਕੋਲ ਇਹ ਵੈਲਿਊਜ਼ ਇੱਥੇ ਪੁੱਟ ਕਰ ਦੀ ਇਸ ਇਕੁਏਸ਼ਨ 'ਚ। I ਦੀ ਵੈਲਿਊ I naught E naught ਬਾਈ ਓਮੇਗਾ L, ਸਾਈਨ ਵਾਲਾ ਸਾਰਾ ਫੈਕਟਰ 1 ਦੇ ਇਕੁਅਲ ਆ ਗਿਆ, ਮਤਲਬ ਕਿ ਕਾਹਦੇ ਇਕੁਅਲ ਆ ਗਈ I naught ਦੀ ਵੈਲਿਊ E naught ਬਾਈ ਓਮੇਗਾ L ਦੇ ਇਕੁਅਲ ਆ ਗਈ। ਨੈਕਸਟ ਹੁਣ ਆਪਣੇ ਕੋਲ ਦੋਨੋਂ ਇਕੁਏਸ਼ਨਸ ਆ ਗਈਆਂ, ਅਲਟਰਨੇਟਿੰਗ EMF ਦੀ ਆਪਣੇ ਕੋਲ ਹੈਗੀ ਸੀ ਤੇ ਕਰੰਟ ਦੀ ਆਪਣੇ ਕੋਲ ਆ ਗਈ। I ਇਜ਼ ਇਕੁਅਲ ਟੂ I ਦੀ ਜਗ੍ਹਾ ਪੁੱਟ ਕਰਤਾ ਨਾ E naught ਬਾਈ I naught ਸਾਈਨ ਓਮੇਗਾ ਟੀ ਮਾਈਨਸ ਪਾਈ ਬਾਈ 2 E ਦੀ ਵੈਲਿਊ ਕਿੰਨੀ ਸੀ ਆਪਣੇ ਕੋਲ E naught ਸਾਈਨ ਓਮੇਗਾ ਟੀ। ਹੁਣ ਆ ਦੋਨੋਂ ਇਕੁਏਸ਼ਨਸ ਨੂੰ ਆਪਾਂ ਕੀ ਕਰਾਂਗੇ ਕੰਪੇਅਰ ਕਰਾਂਗੇ। ਜਦੋਂ ਦੋਨੋਂ ਇਕੁਏਸ਼ਨਸ ਨੂੰ ਦੇਖਿਆ ਤਾਂ ਦੇਖਿਆ ਜਾ ਰਿਹਾ ਦੋਨਾਂ ਦੇ ਵਿੱਚ ਫੇਜ਼ ਐਂਗਲ ਕਿੰਨਾ ਆ ਰਿਹਾ ਰਾਜੇ ਸਾਈਨ ਓਮੇਗਾ ਟੀ ਮਾਈਨਸ ਪਾਈ ਬਾਈ 2 ਹੈ, ਇੱਥੇ ਕਿੰਨਾ ਆਪਣੇ ਕੋਲ ਸਾਈਨ ਓਮੇਗਾ ਟੀ, ਤਾਂ ਦੋਨਾਂ ਦੇ ਵਿੱਚ ਫੇਜ਼ ਐਂਗਲ ਕਿੰਨਾ ਹੈ 90 ਡਿਗਰੀ ਦਾ। ਇਸ ਮਾਈਨਸ ਪਾਈ ਬਾਈ 2 ਤੋਂ ਆਪਾਂ ਨੂੰ ਕੀ ਪਤਾ ਲੱਗ ਰਿਹਾ ਹੈ ਵੀ ਜਦੋਂ ਸਰਕਟ ਦੇ ਵਿੱਚ ਇਕੱਲਾ ਇੰਡਕਟਰ ਲੱਗਿਆ ਹੋਇਆ ਹੈ ਤੇ ਜਿਹੜਾ ਆਪਣਾ ਕਰੰਟ ਹੈ ਉਹ ਆਲਟਰਨੇਟਿੰਗ ਵੋਲਟੇਜ ਤੋਂ ਪਿੱਛੇ ਰਹਿ ਰਿਹਾ। ਕਿੰਨੇ ਐਂਗਲ ਨਾਲ ਪਿੱਛੇ ਰਹਿ ਰਿਹਾ, ਕਿੰਨੇ ਫੇਜ਼ ਐਂਗਲ ਨਾਲ ਪਿੱਛੇ ਰਹਿ ਰਿਹਾ 90 ਡਿਗਰੀ ਦੇ ਫੇਜ਼ ਐਂਗਲ ਨਾਲ ਕੀ ਰਹਿ ਰਿਹਾ ਉਹ ਪਿੱਛੇ ਰਹਿ ਰਿਹਾ। ਜਾਂ ਫਿਰ ਆਪਾਂ ਕੀ ਕਹਿ ਸਕਦੇ ਹਾਂ ਜਿਹੜੀ ਆਲਟਰਨੇਟਿੰਗ ਵੋਲਟੇਜ ਹੈ ਉਹ ਕਰੰਟ ਤੋਂ ਕਿੰਨੀ ਅੱਗੇ ਚੱਲ ਰਹੀ ਹੈ ਫੇਜ਼ ਐਂਗਲ 90 ਡਿਗਰੀ ਦੇ ਫੇਜ਼ ਐਂਗਲ ਨਾਲ ਅੱਗੇ ਚੱਲ ਰਹੀ ਹੈ। ਤਾਂ ਆਪਾਂ ਕੀ ਲਿਖਾਂਗੇ ਇਨ AC ਸਰਕਿਟ containing L only I lags behind the alternating voltage E by a phase angle of 90 degree। ਇੱਥੇ ਤੱਕ ਪਤਾ ਲੱਗ ਗਿਆ ਰਾਜੇ ਸਭ ਨੂੰ ਅਲਟਰਨੇਟਿੰਗ EMF ਦਾ ਸੋਰਸ ਹੈਗਾ ਸੀ ਆਪਣੇ ਕੋਲ, ਇੰਡਿਊਸਡ EMF ਆਈ ਆਪਣੇ ਕੋਲ, ਦੁਬਾਰਾ ਦੇਖ ਲਓ ਇੱਕ ਵਾਰ। ਪਰ ਜਦੋਂ ਸਰਕਟ ਦੇ ਵਿੱਚ ਕਰੰਟ ਮੇਨਟੇਨ ਕਰਨਾ ਆਪਾਂ ਨੇ ਤਾਂ ਦੋਨੇ ਇਕੁਅਲ ਤੇ ਕੀ ਹੋਣੀ ਚਾਹੀਦੀਆਂ ਨੇ ਆਪੋਜ਼ਿਟ। ਇੱਥੋਂ ਆਪਣੇ ਕੋਲ DI ਦੀ ਵੈਲਿਊ ਆਈ, ਅੱਗੇ I ਦੀ ਵੈਲਿਊ ਆਪਾਂ ਨੇ ਇੰਟੈਗਰੇਟ ਕਰਕੇ ਫਾਈਂਡ ਕੀਤੀ I E naught by L ਸਾਈਨ ਓਮੇਗਾ ਟੀ ਦੀ ਇੰਟੈਗਰੇਸ਼ਨ ਮਾਈਨਸ ਕੋਸ ਓਮੇਗਾ ਟੀ ਅਪੋਨ ਓਮੇਗਾ। ਇਹਨੂੰ ਸਾਈਨ 'ਚ ਕਨਵਰਟ ਕਰਨ ਲਈ ਕੋਸ ਥੀਟਾ ਕਾਹਦੇ ਇਕੁਅਲ ਹੁੰਦਾ ਸਾਈਨ 90 ਮਾਈਨਸ ਥੀਟਾ ਪੁੱਟ ਕੀਤਾ ਇੱਥੇ ਆਪਾਂ ਨੇ। ਨੈਕਸਟ ਮਾਈਨਸ ਆਫ ਸਾਈਨ ਥੀਟਾ ਕਾਹਦੇ ਇਕੁਅਲ ਹੁੰਦਾ ਰਾਜੇ ਸਾਈਨ ਆਫ ਮਾਈਨਸ ਥੀਟਾ ਤੇ ਮਾਈਨਸ ਅੰਦਰ ਲੈ ਜਾਵਾਂਗੇ ਤਾਂ ਪਾਈ ਬਾਈ 2 ਮਾਈਨਸ ਦਾ ਬਣ ਜੂ ਓਮੇਗਾ ਟੀ ਪਲਸ ਦਾ ਬਣ ਜੂਗਾ ਆਪਣੇ ਕੋਲ। ਆਹ ਚੀਜ਼ ਇੱਥੇ ਲਿਖੀ ਹੋਈ। ਨੈਕਸਟ ਕਰੰਟ ਵਿਲ ਬੀ ਮੈਕਸਿਮਮ, ਸਰਕਟ ਦੇ ਵਿੱਚ ਕਰੰਟ ਉਦੋਂ ਮੈਕਸਿਮਮ ਹੋਊਗਾ ਜਦੋਂ ਸਾਈਨ ਵਾਲਾ ਸਾਰਾ ਫੈਕਟਰ ਵੀ ਕੀ ਹੋਵੇ ਮੈਕਸਿਮਮ ਹੋਵੇ, ਤੇ ਸਾਈਨ ਦੀ ਮੈਕਸਿਮਮ ਵੈਲਿਊ ਕਿੰਨੀ ਹੁੰਦੀ ਹੈ ਰਾਜੇ 1। ਇੱਥੇ ਪੁੱਟ ਕਰਤਾ I ਦੀ ਵੈਲਿਊ ਕਿੰਨੀ ਹੋਊਗੀ ਮੈਕਸਿਮਮ ਤੇ I naught E naught ਬਾਈ ਓਮੇਗਾ L, ਇਨ ਸਾਈਨ ਦੀ ਜਗ੍ਹਾ ਆਪਾਂ ਨੇ ਕੀ ਪੁੱਟ ਕਰਤਾ 1। ਇੱਥੋਂ ਆਪਣੇ ਕੋਲ I naught ਦੀ ਵੈਲਿਊ ਆ ਗਈ ਤੇ E naught ਬਾਈ ਓਮੇਗਾ L ਦੀ ਜਗ੍ਹਾ ਆਪਾਂ ਨੇ ਇੱਥੇ ਕੀ ਪੁੱਟ ਕਰਤਾ I naught। ਤੇ ਜਦੋਂ ਦੋਨੋਂ ਇਕੁਏਸ਼ਨਸ ਨੂੰ ਕੰਪੇਅਰ ਕੀਤਾ ਤਾਂ ਦੇਖਿਆ ਤਾਂ ਜਿਹੜਾ ਕਰੰਟ ਹੈ lags behind the alternating voltage E by a phase angle of 90 degree। ਇਹ ਤਾਂ ਆਪਣੇ ਕੋਲ ਦੋਨਾਂ ਦੀ ਇਕੁਏਸ਼ਨਸ ਆ ਗਈਆਂ। ਹੁਣ ਆਪਾਂ ਜੀ ਦੇਖਦੇ ਹਾਂ ਵੇਵ ਡਾਇਗਰਾਮ। ਵੇਵ ਡਾਇਗਰਾਮ इधर मेरे को की है टाइम, इधर मेरे को दोनों E एंड I होंगे। नैक्सट ये अपने को इत्थे दी पीक वैल्यू E नोट, ये E दी डायग्राम है E। नैक्सट हूँ आप कादी बनावांगे राजे I दी। I 90 डिग्री पीछे चल रहा उस तो इत्थे 0 पाई बाय 2 पाई 3 पाई बाय 2 2 पाई, तो पाई बाय 2 पीछे चल रहा है तो आप इनू इत्थों एक्सटेंड करके लियावांगे
ਇੱਥੇ ਹੁਣ ਇਹਦੀ ਕੀ ਹੋਊਗੀ, ਇਹਦੀ ਮੈਕਸਿਮਮ ਵੈਲਿਊ ਇੱਥੇ ਹੈ ਤੇ ਜਿਹੜੀ i ਦੀ ਮੈਕਸਿਮਮ ਵੈਲਿਊ ਕਿੱਥੇ ਹੋਊਗੀ, ਜਿੱਥੇ ਇਹਦਾ ਪਾਈ ਹੋਊਗਾ, ਮਤਲਬ ਕਿ ਇੱਥੇ ਐਵੇਂ। ਨੈਕਸਟ ਇੱਧਰੋਂ ਆਪਾਂ ਹੁਣ ਇੱਥੇ ਇੱਕ ਵੈਲਿਊ ਹੈ ਜਿਹਦੇ ਵਿੱਚੋਂ ਕ੍ਰੋਸ ਕੀਤੀ, ਹੁਣ ਇੱਥੇ ਇਹ ਆ ਗਈ, ਇੱਥੇ ਆਪਣੇ ਕੋਲ ਕੀ ਹੋਊਗਾ, I0 ਇੱਕ ਆ ਗਈ ਆਪਣੇ ਕੋਲ ਕਰੰਟ ਦੀ ਵੇਵ ਡਾਇਗਰਾਮ। ਸਮਝ ਲੱਗ ਗਈ ਰਾਜੇ, ਇਹ ਸੀ ਆਪਣੇ ਕੋਲ ਦੋਨਾਂ ਦੀ ਵੇਵ ਡਾਇਗਰਾਮ। 90 ਤੋਂ ਪਿੱਛੇ ਰਹਿ ਰਹੀ ਹੈ, ਦੇਖੋ 0 π/2 -π/2 π/2 -π -π/2, ਦੋਨਾਂ ਦੇ ਵਿੱਚ ਫੇਜ਼ ਐਂਗਲ ਕਿੰਨਾ ਆ ਰਿਹਾ, ਇੱਥੇ ਆਪਣੇ ਕੋਲ π/2 ਆ ਰਿਹਾ। ਨੈਕਸਟ ਹੁਣ ਆਪਣੇ ਕੋਲ ਹੈਗੀ ਫੇਜ਼ਰ ਡਾਇਗਰਾਮ। phasor diagram, similarly axis y dash E0 sin omega t, मतलब कि horizontal axis नाल E0 कितना एंगल बना रहा है, ओमेगा t, ये हैगा अपने कोल इन वोल्टेज। नैक्सट हम आप कह रहे हैं करंट वोल्टेज तो कितना पीछे चल रहा है, 90 डिग्री के एंगल नाल पीछे चल रहा है, तो इधर अपने कोल कादी वैल्यू आ जूगी I0 दी, ये सारा एंगल आपने कितना है 90, तो जो अपना पाई ओमेगा टी -90 करांगे तो की बन जूगा अपने कोल I0 का एंगल। नैक्सट हुण जिहड़ियां इहदियां प्रोजैक्शनस ने इन्हां फेजर डायग्राम च की हुंदा राजे, जिहड़े आपां E0 I0 जिहड़ी वोल्टेज ते करंट नूं आपां एरोज नाल डिनोट कर रहे हैं, उन्हां नूं आपां कहने आ फेजर्स। ते जिहड़ियां फेजर्स दियां प्रोजैक्शनस हुंदियां ने इस एक्सिस ते आपां नूं की दिंदियां ने, इंस्टैंटेनियस EMF ते इंस्टैंटेनियस करंट दी वैल्यूज दिंदियां ने। प्रोजैक्शनस मतलब कि परपेंडिकुलर दिस वन, ते जिहड़ी आ इन्नी वैल्यू है ये आपां नूं की दऊगी, इंस्टैंटेनियस EMF की मिलूगी आपां नूं इत्थे, इंस्टैंटेनियस EMF। सिमिलरली इहदी नीचे इंस्टैंटेनियस करंट, ई कादे इक्वल सी इत्थे E0 साइन ओमेगा टी। हुण एक चीज़ ये एंटी क्लोकवाइज मूव करदियां ने, तो जिवें E0 इस डायरैक्शन च मूव कर रहा है एंटी क्लोकवाइज, इहदी वैल्यू की हुंदी रहूगी, एरो इस डायरैक्शन जा रहा है, इहदी इंक्रीज हुंदी रहूगी। जदों ये इत्थे आ गया प्रोजैक्शन इत्थे हो जूगी, इत्थे आ गया प्रोजैक्शन इत्थे हो जूगी, वैल्यू की हो रही है इंक्रीज। बट जिवें जिवें इस डायरैक्शन ये इत्थे आई, इहदी प्रोजैक्शन घट गई, इहदी वैल्यू होर इत्थे आई, इत्थे होर क्या हो जूगी, E0 की वैल्यू की हुंदी रहूगी, वधदी रहूगी, I0 की वैल्यू की हुंदी रहूगी, घटदी रहूगी। ये सी अपने कोल फेजर डायग्राम एंड दिस वन इज़ वेव डायग्राम। नैक्सट हुण आपां फाइंड करते हैं भी इंडक्टर दे विचों AC करंट ते DC करंट पास हुंदे ने, ओहनूं इंडक्टर है जिहड़ा AC या DC नूं कोई ओपोजिशन दिंदा है, कोई रुकावट पैदा करदा है या नहीं करदा है। की फाइंड करना हुण आपां ने, ओपोजिशन टू करंट, ओपोजिशन टू करंट। ਹੁਣ ਆਪਣੇ ਕੋਲ ਇਕੁਏਸ਼ਨ ਆਈ ਸੀ I0 इज इक्वल टू E0 बाय ओमेगा L। फाइंड की सी राजे, पहला आप ये इक्वेशन इधर वाले पेज ते देखो आ सी। ਹੁਣ ਇਸ ਇਕੁਏਸ਼ਨ ਨੂੰ ਆਪਾਂ ਓਮਸ ਲਾ ਨਾਲ ਕੀ ਕਰਾਂਗੇ, ਕੰਪੇਅਰ ਦਿਸ ਇਕੁਏਸ਼ਨ ਵਿਦ ਓਮਸ ਲੋ। ओम्स लॉ की सी, V इज इक्वल नहीं सॉरी हाँ I इज इक्वल टू V अपॉन R। कंपेयर करो करंट करंट, वोल्टेज वोल्टेज, इत्थे रेजिस्टेंस है, इत्थे ओमेगा L है, मतलब कि इत्थे रेजिस्टेंस का काम कौन कर रहा है, ओमेगा L अपने इत्थे की शो कर रही है कि रिप्रजेंट कर रही है इफेक्टिव रेजिस्टेंस ऑफर्ड बाय L। जिहड़ी इंडक्टर द्वारा रेजिस्टेंस ऑफर की जा रही है, रेजिस्टेंस द्वारा रुकावट पैदा की जा रही है इंडक्टर द्वारा, वो कौन शो कर रहा है इत्थे, ओमेगा L। ओमेगा L रिप्रेजेंट्स इफेक्टिव रेजिस्टेंस ऑफर्ड बाय L। तो जिहड़ी रेजिस्टेंस आई है ओमेगा L नूं आपां कहने की आ इंडक्टिव
ਰਿਐਕਟੈਂਸ ਕੀ ਕਹਿੰਦੇ ਇਹਨੂੰ ਆਪਾਂ ਰਾਜੇ ਇੰਡਕਟਿਵ ਰਿਐਕਟੈਂਸ ਤੇ ਇਹਨੂੰ ਸ਼ੋ ਕਾਹਦੇ ਨਾਲ ਕਰਦੇ ਆ XL ਦੇ ਨਾਲ ਮਤਲਬ ਕਿ ਆਪਣੇ ਕੋਲ XL ਕਿਹਦੇ ਇਕੁਅਲ ਆ ਗਿਆ ਓਮੇਗਾ L ਦੇ ਇਕੁਅਲ ਆ ਗਿਆ ਅੱਗੇ ਓਮੇਗਾ ਕਾਹਦੇ ਇਕੁਅਲ ਹੁੰਦਾ ਰਾਜੇ ਆਪਣੇ ਕੋਲ 2 ਪਾਈ ਨਿਊ ਦੇ ਇਕੁਅਲ ਹੁੰਦਾ ਇਨਟੂ L ਇਹ ਆ ਗਈ ਆਪਣੇ ਕੋਲ ਇੰਡਕਟਿਵ ਰਿਐਕਟੈਂਸ ਮਤਲਬ ਕਿ ਇਫੈਕਟਿਵ ਰੈਜ਼ਿਸਟੈਂਸ ਆਫਰਡ ਬਾਈ L ਜਿਹੜੀ ਸਰਕਟ ਦੇ ਵਿੱਚ ਇੰਡਕਟਰ ਦੁਆਰਾ ਰੁਕਾਵਟ ਆਫਰ ਪੈਦਾ ਕੀਤੀ ਜਾ ਰਹੀ ਹੈ ਉਹਨੂੰ ਆਪਾਂ ਕੀ ਕਹਿ ਰਹੇ ਹਾਂ ਇੰਡਕਟਿਵ ਰਿਐਕਟੈਂਸ ਹੁਣ ਇਹਦੇ 'ਚ ਅੱਗੇ ਦੋ ਕੇਸ ਨੇ ਫਸਟ ਕੇਸ ਇਫ ਕਰੰਟ ਇਜ਼ ਸਟੈਡੀ ਸੌਰੀ मतलब कि करंट स्टडी का मतलब की है DC है जे करंट DC है दैन फ्रीकुएंसी कितनी होगी क्योंकि DC करंट कितना टाइम के नाल चेंज होंगे तो न्यू की वैल्यू की हो जूगी 0 देयरफॉर जो न्यू की वैल्यू इतने 0 पुट की तो अपने को XL भी कादे इक्वल आ गया 0 दे मतलब कि इंडक्टिव रिएक्टेंस 0 इसका मतलब की है भी कोई रजिस्टेंस ही नहीं मिल रही DC करंट में जो सर्किट के विचों DC करंट फ्लो कर रहा है उन्होंने इंडक्टर की देगा कोई भी रुकावट नहीं पैदा करूगा ਉਹਦੇ ਲਈ ਤਾਂ ਉਹ DC ਕਰੰਟ ਨੂੰ ਆਪਣੀ ਵਿੱਚੋਂ ਕੀ ਕਰੂਗਾ ਪਾਸ ਕਰਨ ਲਈ ਅਲਾਉ ਕਰੂਗਾ ਮਤਲਬ DC is allowed to pass ਫਸਟ ਕੇਸ ਸਮਝ ਲੱਗ ਗਿਆ ਸੈਕੰਡ ਕੇਸ ਕਹਿ ਰਿਹਾ ਇਨ AC ਜਦੋਂ ਕਰੰਟ ਕੀ ਆਪਣੇ ਕੋਲ AC ਹੈ AC ਕਰੰਟ ਕੀ ਹੈ ਅਲਟਰਨੇਟਿੰਗ ਕਰੰਟ ਚੇਂਜ ਹੁੰਦਾ ਰਹਿੰਦਾ ਟਾਈਮ ਦੇ ਨਾਲ ਮਤਲਬ ਕਿ ਨਿਊ not equal to 0 therefore XL also not equal to 0 मतलब कि ਉਹਨੂੰ ਉੱਥੇ ਰੈਜ਼ਿਸਟੈਂਸ ਮਿਲੂਗੀ ਰੁਕਾਵਟ ਮਿਲੂਗੀ ਜਦੋਂ AC ਕਰੰਟ ਸਰਕਟ ਦੇ ਵਿੱਚੋਂ ਫਲੋ ਹੋਊਗਾ ਜਿਹਦੇ 'ਚ ਇੰਡਕਟਰ ਲੱਗਿਆ ਹੋਇਆ ਹੈ ਤਾਂ ਉਹਨੂੰ ਕੀ ਮਿਲੂਗੀ ਉੱਥੇ ਰੈਜ਼ਿਸਟੈਂਸ ਮਿਲੂਗੀ ਉਹਨੂੰ ਕੀ ਨਹੀਂ ਕਰੂਗੀ ਆਪਣੇ ਵਿੱਚੋਂ ਅੱਗੇ ਪਾਸ ਨਹੀਂ ਹੋਣ ਦੇਊਗਾ ਇੰਡਕਟਰ ਤਾਂ therefore AC is not allowed to ਪਾਸ ਇਹ ਚੀਜ਼ਾਂ ਯਾਦ ਰੱਖਣੀਆਂ ਰਾਜੇ ਇੰਡਕਟਰ ਦੇ ਵਿੱਚੋਂ DC is allowed to pass but AC is not allowed to pass DC ਨੂੰ ਕੋਈ ਰੈਜ਼ਿਸਟੈਂਸ ਨਹੀਂ ਮਿਲੂਗੀ AC ਨੂੰ ਰੈਜ਼ਿਸਟੈਂਸ ਮਿਲੂਗੀ ਤਾਂ ਇੰਡਕਟਰ ਦੇ ਵਿੱਚੋਂ ਕੀ ਹੋਊਗਾ ਪਾਸ ਨਹੀਂ ਹੋਊਗਾ ਸਿਮਿਲਰਲੀ ਰੈਜ਼ਿਸਟੈਂਸ ਹੈ ਇਹ ਵੀ ਇੱਕ ਤਰ੍ਹਾਂ ਦੀ ਜੇ ਰੈਜ਼ਿਸਟੈਂਸ ਹੈ ਤੇ ਇਹਦੇ ਯੂਨਿਟਸ ਵੀ ਰੈਜ਼ਿਸਟੈਂਸ ਵਾਂਗ ਹੋਣਗੇ ਓਮ ਤੇ ਇਹਦੇ ਡਾਈਮੈਂਸ਼ਨਸ ਵੀ ਕਿਹੜੇ ਹੋਣਗੇ ਰੈਜ਼ਿਸਟੈਂਸ ਵਾਲੇ ਹੋਣਗੇ ਇਹ ਸੀ ਰਾਜੇ ਆਪਣਾ ਅੱਜ ਦਾ ਟੌਪਿਕ AC ਸਰਕਟ ਕੰਟੇਨਿੰਗ ਇੰਡਕਟਰ ਓਨਲੀ ਉਹ ਸਰਕਟ ਜਿਹਦੇ ਵਿੱਚ ਸਿਰਫ ਕੀ ਲੱਗਿਆ ਹੋਇਆ ਆਪਣੇ ਕੋਲ ਇੰਡਕਟਰ ਲੱਗਿਆ ਹੋਇਆ ਹੈ ਜਦੋਂ ਆਪਾਂ ਨੇ ਵੈਲਿਊ ਫਾਈਂਡ ਕੀਤੀ ਇਹਦੇ 'ਚ ਇੱਕ ਇੰਪੋਰਟੈਂਟ ਚੀਜ਼ ਇਹ ਯਾਦ ਰੱਖਣੀ ਹੈ ਅਲਟਰਨੇਟਿੰਗ EMF ਤੇ ਜਿਹੜਾ ਕਰੰਟ ਹੈ ਦੋਨੇ ਦੇ ਵਿੱਚ ਫੇਜ਼ ਐਂਗਲ ਕਿੰਨਾ ਹੈ ਫੇਜ਼ ਡਿਫਰੈਂਸ ਕਿੰਨਾ ਹੈ 90 ਡਿਗਰੀ ਦਾ ਔਰ ਇਹਦੇ 'ਚ ਕੀ ਹੈ ਕਰੰਟ ਲੈਗਸ ਬਿਹਾਈਂਡ ਦਾ ਵੋਲਟੇਜ ਬਾਈ ਅ ਫੇਜ਼ ਐਂਗਲ ਆਫ 90 ਡਿਗਰੀ ਕਰੰਟ ਵੋਲਟੇਜ ਤੋਂ 90 ਡਿਗਰੀ ਦੇ ਐਂਗਲ ਨਾਲ ਕੀ ਰਹਿ ਰਹੀ ਹੈ ਪਿੱਛੇ ਰਹਿ ਰਹੀ ਹੈ ਜੇ ਆਪਾਂ ਦੂਸਰੇ ਤਰੀਕੇ ਨਾਲ ਕਹਿ ਸਕਦੇ ਹਾਂ ਵੋਲਟੇਜ ਕਰੰਟ ਤੋਂ 90 ਡਿਗਰੀ ਦੇ ਐਂਗਲ ਨਾਲ ਕੀ ਚੱਲ ਰਿਹਾ ਹੈ ਅੱਗੇ ਚੱਲ ਰਿਹਾ ਉਸ ਤੋਂ ਬਾਅਦ ਆਪਾਂ ਨੇ ਇਹਦੀ ਵੇਵ ਡਾਇਗਰਾਮ ਡਰਾ ਕੀਤੀ ਸੀ 90 ਦਾ ਫੇਜ਼ ਡਿਫਰੈਂਸ ਆ ਦੋਨਾਂ ਦੇ ਵਿੱਚ ਦੇਖੋ ਧਿਆਨ ਨਾਲ ਫਿਰ ਆਪਾਂ ਨੇ ਫੇਜ਼ਰ ਡਾਇਗਰਾਮ ਸ਼ੋ ਕੀਤੀ ਹੈ ਫੇਜ਼ਰ ਡਾਇਗਰਾਮ ਜਿਹਦੇ 'ਚ ਆਪਾਂ ਇੰਸਟੈਂਟੇਨੀਅਸ ਵੈਲਿਊਜ਼ ਨੂੰ ਐਰੋਜ਼ ਨਾਲ ਸ਼ੋ ਕਰ ਰਹੇ ਹਾਂ EMF ਓਮੇਗਾ T ਐਂਗਲ ਬਣਾ ਰਹੀ ਸੀ ਪਰ ਜਿਹੜੀ ਆਪਣੀ ਕਰੰਟ ਹੈ EMF ਤੋਂ 90 ਡਿਗਰੀ ਦੇ ਐਂਗਲ ਨਾਲ ਪਿੱਛੇ ਚੱਲ ਰਹੀ ਹੈ ਤਾਂ ਕੀ ਆ ਜੂਗੀ ਨੀਚੇ ਵਾਲੇ ਐਕਸਿਸ ਤੇ ਆ ਜੂਗੀ ਤੇ ਜਿਹੜੀ ਇਹਨਾਂ ਦੀਆਂ ਪ੍ਰੋਜੈਕਸ਼ਨਸ ਨੇ ਇਸ ਐਕਸਿਸ ਦੇ ਉੱਪਰ ਉਹ ਆਪਾਂ ਨੂੰ ਕੀ ਵੈਲਿਊਜ਼ ਦੇਣਗੀਆਂ ਇੰਸਟੈਂਟੇਨੀਅਸ ਵੈਲਿਊਜ਼ ਮਿਲਣਗੀਆਂ ਤੇ ਜਿਵੇਂ ਜਿਵੇਂ E ਨੋਟ ਉੱਪਰ ਨੂੰ ਜਾਊਗਾ ਐਂਟੀ ਕਲੋਕਵਾਈਜ਼ ਰੋਟੇਟ ਕਰੂਗਾ ਉਹਦੀ ਵੈਲਿਊ ਇਨਕਰੀਜ਼ ਹੁੰਦੀ ਜਾਊਗੀ I ਦੀ ਵੈਲਿਊ ਕੀ ਹੁੰਦੀ ਰਹੂਗੀ ਡਿਕਰੀਜ਼ ਹੁੰਦੀ ਰਹੂਗੀ ਫਿਰ ਆਪਾਂ ਨੇ ਇੰਡਕਟਿਵ ਰਿਐਕਟੈਂਸ ਫਾਈਂਡ ਕਰ ਲਈ ਫਿਰ DC ਤੇ AC ਦਾ ਕੇਸ ਫਾਈਂਡ ਕਰ ਲਿਆ DC is allowed to pass but AC is not allowed to pass ਓਕੇ ਰਾਜੇ ਆਈ ਹੋਪ ਤੁਹਾਨੂੰ ਟੌਪਿਕ ਸਮਝ ਲੱਗਿਆ ਹੋਊਗਾ ਥੈਂਕ ਯੂ